ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਕਿਉਂਕਿ ਅਸੀਂ ਸਟੂਡੀਓ ਦੇ ਵਿੱਚ ਨਹੀਂ ਆ ਹਰ ਰੋਜ਼ ਦੀ ਤਰ੍ਹਾਂ, ਇਸ ਕਰਕੇ ਹੋ ਸਕਦਾ ਆਵਾਜ਼ ਦੇ ਵਿੱਚ ਕੋਈ ਦਿੱਕਤ ਆਵੇ, ਤਸਵੀਰ ਹੋ ਸਕਦਾ ਪਹਿਲਾਂ ਜਿੰਨੀ ਸਾਫ਼ ਨਜ਼ਰ ਨਾ ਆਵੇ ਲਾਈਟਿੰਗ ਦੀ ਘਾਟ ਦੇ ਕਰਕੇ। ਉਹਦੇ ਲਈ ਪਹਿਲਾਂ ਹੀ ਮਾਫੀ ਅਗਾਊਂ। ਪਰ ਅਸੀਂ ਕਿਉਂਕਿ ਪੰਜਾਬੋਂ ਬਾਹਰ ਆ, ਇਸ ਕਰਕੇ ਜਿਹੋ ਜਿਹਾ ਵੀ ਮੌਕਾ ਮਿਲਦਾ, ਜਦੋਂ ਵੀ ਮੌਕਾ ਮਿਲਦਾ, ਅਸੀਂ ਖਬਰਾਂ ਦੀ ਸਾਂਝ ਪਾਉਣੀ ਜ਼ਰੂਰੀ, ਸਾਂਝ ਪਾਉਣੀ ਅਸੀਂ ਆਪਣਾ ਫਰਜ਼ ਸਮਝਦੇ ਹਾਂ। ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਦੀ ਸਾਂਝ ਪਾਉਣੀ ਬਣਦੀ ਆ। ਪਰ ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰਦੇ ਹਾਂ, ਕਿਉਂਕਿ ਲੰਘੇ ਕੱਲ੍ਹ ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲੀ ਹੈ ਤੇ ਰਾਤ ਦੇ ਵੇਲੇ ਠਾਰੀ ਥੋੜ੍ਹੀ ਜਿਹੀ ਹੋਰ ਵਧਣੀ ਸ਼ੁਰੂ ਹੋਈ ਹੈ। ਮੌਸਮ ਵਿਭਾਗ ਨੇ ਕਿਹਾ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਅੰਦਰ ਮੌਸਮ ਸਾਫ਼ ਰਹਿਣ ਦੀ ਪੂਰੀ ਆਸ ਹੈ। ਮੀਂਹ ਕਣੀ ਦੀ ਕੋਈ ਸੰਭਾਵਨਾ ਹਾਲ ਦੀ ਘੜੀ ਪ੍ਰਗਟਾਈ ਨਹੀਂ ਗਈ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਇਸ ਵਕਤ ਪ੍ਰਸ਼ਾਂਤ ਕਿਸ਼ੋਰ ਨਾਲ ਸੰਬੰਧਿਤ। ਆਪਾਂ ਜਾਣਦੇ ਹਾਂ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਜਿਤਾਉਣ ਦਾ ਠੇਕਾ ਲੈਣ ਵਾਲਾ ਪ੍ਰਸ਼ਾਂਤ ਕਿਸ਼ੋਰ, ਜਿਹਦੇ ਵੱਲੋਂ ਗਿਣਤੀਆਂ ਮਿਣਤੀਆਂ ਕੀਤੀਆਂ ਜਾਂਦੀਆਂ। ਪ੍ਰਸ਼ਾਂਤ ਕਿਸ਼ੋਰ ਨੇ ਸਮੇਂ-ਸਮੇਂ ਤੇ ਬੀਜੇਪੀ ਦੀ ਵੀ ਮਦਦ ਕੀਤੀ, ਤ੍ਰਿਣਮੂਲ ਕਾਂਗਰਸ ਦੀ ਮਦਦ ਪੱਛਮੀ ਬੰਗਾਲ 'ਚ ਕੀਤੀ, ਪੰਜਾਬ ਦੇ ਵਿੱਚ ਕਾਂਗਰਸ ਦੀ ਵੀ ਮਦਦ ਕੀਤੀ। ਹੁਣ ਗੋਆ ਦੇ ਵਿੱਚ ਵੀ ਪਤਾ ਲੱਗਾ ਜੀ ਕਿ ਇੱਕ ਪਾਰਟੀ ਦੀ ਮਦਦ ਕੀਤੀ ਜਾ ਰਹੀ ਹੈ। ਪਰ ਉਹਦੇ ਵੱਲੋਂ ਦੋ ਟੋਕੇ ਗੱਲ ਕਹੀ ਗਈ ਹੈ ਕਿ ਬੀਜੇਪੀ ਨੂੰ ਭਾਰਤ ਦੇ ਵਿੱਚੋਂ ਹਰਾਉਣਾ ਜਾਂ ਸੱਤਾ ਦੇ ਵਿੱਚੋਂ ਹਟਾਉਣਾ ਇਹ ਕੋਈ ਸੌਖਾ ਕੰਮ ਨਹੀਂ ਹੈ। ਹਾਲਾਂਕਿ ਅਸੀਂ ਪੰਜਾਬ ਦੇ ਵਾਸੀ ਹਾਂ, ਇਹ ਸੋਚਦੇ ਹਾਂ ਕਿ ਇਸ ਵਕਤ ਪੂਰੇ ਦੇਸ਼ ਦੇ ਵਿੱਚ ਇੱਕ ਲਹਿਰ ਚੱਲ ਰਹੀ ਹੈ ਜਿਹੜੀ ਕਿ ਮੋਦੀ ਸਰਕਾਰ ਦੇ ਉਲਟ ਹੈ। ਪਰ ਜੇਕਰ ਅਸੀਂ ਹੋਰ ਸੂਬਿਆਂ ਦੇ ਬਾਰੇ ਜਾਣਦੇ ਹਾਂ, ਉੱਥੇ ਧਰਮ ਦੀ ਗੱਲ ਪੰਜਾਬ ਦੇ ਨਾਲੋਂ ਜਾਂ ਹੋਰ ਗਵਾਂਢੀ ਸੂਬਿਆਂ ਦੇ ਨਾਲੋਂ ਵੱਧ ਚੱਲਦੀ ਹੈ। ਉੱਥੋਂ ਦੇ ਲੋਕ ਆ ਜਿਹੜੇ ਉਹ ਵਿਕਾਸ ਦੀ ਥਾਂ ਦੇ ਉੱਤੇ ਧਰਮ ਦੀ ਗੱਲ ਤੇ ਜਾਤ ਦੀ ਗੱਲ ਦੇ ਵਿੱਚ ਹਾਲੇ ਵੀ ਉਲਝੇ ਪਏ ਆ। ਉਹਨਾਂ ਦੀ ਨਜ਼ਰ ਦੇ ਵਿੱਚ ਜਾਤ ਦੀ ਗੱਲ ਤੇ ਧਰਮ ਦੀ ਗੱਲ ਜਿਹੜੇ ਲੋਕ ਕਰਦੇ ਆ, ਉਹ ਵਿਕਾਸ ਤੋਂ ਵੀ ਉੱਪਰ ਦੀਆਂ ਗੱਲਾਂ ਇਹਨਾਂ ਨੂੰ ਮੰਨਿਆ ਜਾਂਦਾ ਹੈ। ਸੋ ਇਸ ਕਰਕੇ ਜਿਹੋ ਜਿਹਾ ਸਾਡਾ ਦਾਇਰਾ, ਅਸੀਂ ਸ਼ਾਇਦ ਉਸ ਅੰਦਾਜ਼ੇ ਮੁਤਾਬਕ ਸੋਚਦੇ ਹਾਂ। ਪਰ ਜਦੋਂ ਅਸੀਂ ਪੰਜਾਬ ਤੇ ਹੋਰ ਖੇਤਰਾਂ ਦੇ ਵਿੱਚੋਂ ਬਾਹਰ ਨਿਕਲਦੇ, ਦੂਰ ਦੁਰਾਡੇ ਜਾਂਦੇ ਹਾਂ, ਉੱਥੇ ਪਤਾ ਲੱਗਦਾ ਜੀ ਕਿ ਧਰਮ ਦੀ ਗੱਲ ਦੀ ਕਿੰਨੀ ਅਹਿਮੀਅਤ ਬਣੀ ਪਈ ਹੈ। ਹਾਲਾਂਕਿ ਧਰਮ ਕਰਮ ਦੇ ਮਾਮਲੇ ਦੇ ਵਿੱਚੋਂ ਉੱਪਰ ਉੱਠ ਕੇ, ਰਾਜਨੀਤੀ ਦੇ ਵਿੱਚ ਤਾਂ ਖਾਸ ਕਰਕੇ ਉੱਪਰ ਉੱਠ ਕੇ ਧਰਮ ਦੇ ਮਾਮਲੇ 'ਚੋਂ ਸੋਚਣਾ ਚਾਹੀਦਾ ਤੇ ਵਿਕਾਸ ਦੀ ਬਾਤ ਪਾਉਣੀ ਚਾਹੀਦੀ ਹੈ। ਪਰ ਦੁੱਖ ਦੀ ਗੱਲ ਹੈ ਕਿ ਭਾਰਤ ਦੇ ਵਿੱਚ ਇੱਦਾਂ ਹੈ ਨਹੀਂ। ਜੰਮਣ ਦੇ ਉੱਤੇ ਰਾਜਨੀਤੀ, ਮਰਨ ਦੇ ਉੱਤੇ ਰਾਜਨੀਤੀ, ਕਿਹੜੇ ਧਰਮ ਦੇ ਵਿੱਚ ਕਿੰਨੀਆਂ ਵੋਟਾਂ ਤੇ ਉਹਨੂੰ ਕਿਵੇਂ ਅਸੀਂ ਨਾਲ ਜੋੜਨਾ ਤੇ ਕਿਵੇਂ ਉਹਦੇ ਵਿੱਚ ਵੰਡੀਆਂ ਪਾਉਣੀਆਂ, ਇਹਦੇ ਉੱਤੇ ਰਾਜਨੀਤੀ। ਸਿਰਫ ਤੇ ਸਿਰਫ ਇਸ ਵਕਤ ਇਹੀ ਕੁਝ ਚੱਲ ਰਿਹਾ ਪਿਛਲੇ ਲੰਬੇ ਸਮੇਂ ਤੋਂ। ਤੇ ਜਿਸ ਤਰੀਕੇ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਨਲਾਇਕੀਆਂ ਕਿਸੇ ਹੋਰ ਦੀਆਂ ਨਹੀਂ, ਇਹ ਸਿਰਫ ਤੇ ਸਿਰਫ ਨਲਾਇਕੀਆਂ ਹੈਗੀਆਂ ਉਹਨਾਂ ਪਾਰਟੀਆਂ ਦੀਆਂ ਜਿਹੜੀਆਂ ਕਿ 2/3 ਹੋਣ ਦੇ ਬਾਵਜੂਦ, ਵੋਟਾਂ 2/3 ਭਾਵੇਂ ਉਹਨਾਂ ਦੇ ਕੋਲ ਆ, ਪਰ ਉਹ ਹਾਰ ਇਸ ਕਰਕੇ ਜਾਂਦੀਆਂ ਕਿਉਂਕਿ ਉਹਨਾਂ ਦੇ ਵਿੱਚ ਏਕਤਾ ਨਾਂ ਦੀ ਕੋਈ ਚੀਜ਼ ਨਹੀਂ। ਜਦੋਂ ਪਾਰਟੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ, ਉਸ ਵਕਤ ਉਹਨਾਂ ਦੇ ਵਿੱਚ ਵੰਡੀਆਂ ਇੰਨੀਆਂ ਪਈਆਂ ਹੋਈਆਂ ਕਿ 12, 13, 15 ਧੜੇ ਬਣ ਜਾਂਦੇ ਆ। ਤੇ ਇਸ ਕਰਕੇ ਜਿਹਦੇ ਕੋਲ 1/3 ਵੋਟਾਂ, ਉਹ ਫਿਰ ਵੀ ਜਿੱਤਣ ਦੇ ਵਿੱਚ ਕਾਮਯਾਬ ਹੋ ਜਾਂਦੀ ਪਾਰਟੀ। ਤੇ ਇਹ ਗੱਲ ਪ੍ਰਸ਼ਾਂਤ ਕਿਸ਼ੋਰ ਦੀ ਹੈ ਵੀ ਸਹੀ। ਤੁਸੀਂ ਅਤੀਤ ਦੇ ਵੱਲ ਝਾਤ ਮਾਰ ਕੇ ਦੇਖੋ, ਕਿਸ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ ਖੀਰੂ ਹੋਈਆਂ, ਕਿਸ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ ਦੇ ਵੱਲੋਂ ਇਸ ਵਕਤ ਤੱਕ ਆਪਦੇ ਆਪ ਨੂੰ ਵੱਡਾ ਦਰਸਾਉਣ ਦੇ ਲਈ, ਆਪਦੇ ਆਪ ਨੂੰ ਇਹ ਦੱਸਣ ਦੇ ਲਈ ਕਿ ਸਾਡੇ ਤੋਂ ਬਿਨਾਂ ਦੂਜੇ ਦੀ ਕੋਈ ਵੁਕਤ ਨਹੀਂ, ਸਮੇਂ-ਸਮੇਂ 'ਤੇ ਕੋਸ਼ਿਸ਼ਾਂ ਕੀਤੀਆਂ ਗਈਆਂ। ਪਰ ਜਿਹੜੀਆਂ ਗੱਲਾਂ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਕਹੀਆਂ ਗਈਆਂ, ਇਹਨਾਂ ਨੂੰ ਗੰਭੀਰਤਾ ਦੇ ਨਾਲ ਸੋਚਣ, ਸਮਝਣ, ਵਿਚਾਰਨ ਦੀ ਲੋੜ ਹੈ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੀ ਸੱਤਾ ਦੇ ਉੱਤੇ ਬੀਜੇਪੀ ਨੇ ਕਾਬਜ਼ ਰਹਿਣਾ, ਕਿਸ ਤਰੀਕੇ ਦੇ ਨਾਲ ਮੋਦੀ ਸਰਕਾਰ ਨੂੰ ਹਿਲਾਇਆ ਨਹੀਂ ਜਾ ਸਕਦਾ, ਕਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਇਸ ਵਕਤ ਤੱਕ ਜਾਂ ਆਉਂਦੇ ਸਮੇਂ ਤੱਕ, ਕਈ ਦਹਾਕਿਆਂ ਤੱਕ ਆਪਣੇ ਪੈਰ ਪੱਕੇ ਰੱਖੂਗੀ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਉਹਦੇ ਨਾਲ ਹੀ ਇਹ ਗੱਲ ਦੱਸਾਂਗੇ ਕਿ ਟਿੱਕਰੀ ਬਾਰਡਰ ਦੇ ਉੱਤੇ ਤੇ ਗਾਜ਼ੀਪੁਰ ਦੇ ਬਾਰਡਰ ਦੇ ਉੱਤੇ ਹਾਲਾਤ ਕੀ ਬਣੇ ਹੋਏ ਆ, ਕਿਸ ਤਰੀਕੇ ਦੇ ਨਾਲ ਉੱਥੋਂ ਬੈਰੀਕੇਡ ਹਟਾਉਣੇ ਸ਼ੁਰੂ ਕੀਤੇ ਗਏ ਤੇ ਕਿਵੇਂ ਉੱਥੇ ਤਣਾਅ ਵਧਿਆ ਤੇ ਕਿਵੇਂ ਪੰਜਾਬ ਤੇ ਹਰਿਆਣੇ ਦੇ ਵਿੱਚੋਂ ਕਿਸਾਨ ਨੇ ਜਿਹੜੇ ਉਹ ਟਰਾਲੀਆਂ ਭਰ ਕੇ ਵੱਖ-ਵੱਖ ਬਾਰਡਰਾਂ ਦੇ ਉੱਤੇ ਰਾਤੋਂ ਰਾਤ ਇੱਕ ਵਾਰ ਫਿਰ ਪਹੁੰਚਣੇ ਸ਼ੁਰੂ ਹੋ ਚੁੱਕੇ ਆ। ਪਹਿਲਾਂ ਰਿਪੋਰਟ ਦਾ ਵੇਰਵਾ, ਫਿਰ ਟਿੱਪਣੀ ਕਰਾਂਗੇ। ਭਾਰਤੀ ਜਨਤਾ ਪਾਰਟੀ ਆਉਣ ਵਾਲੇ ਦਹਾਕਿਆਂ ਤੱਕ ਭਾਰਤੀ ਰਾਜਨੀਤੀ ਦੇ ਵਿੱਚ ਇੱਕ ਮਜ਼ਬੂਤ ਤਾਕਤ ਬਣੀ ਰਹੇਗੀ। ਚੋਣ ਮੈਦਾਨ ਦੇ ਵਿੱਚ ਭਾਜਪਾ ਨਾਲ ਕਈ ਦਹਾਕਿਆਂ ਤੱਕ ਲੜਨਾ ਪਵੇਗਾ। ਇਹ ਪ੍ਰਗਟਾਵਾ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਗੋਆ ਮਿਊਜ਼ੀਅਮ ਦੇ ਵਿੱਚ ਰੱਖੇ ਗਏ ਇੱਕ ਪ੍ਰੋਗਰਾਮ ਦੌਰਾਨ ਕੀਤਾ। ਕਿਸ਼ੋਰ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ 40 ਸਾਲ ਪਹਿਲਾਂ ਤੱਕ ਕਾਂਗਰਸ ਸੱਤਾ ਦਾ ਕੇਂਦਰ ਸੀ, ਉਸੇ ਤਰ੍ਹਾਂ ਭਾਜਪਾ ਵੀ ਸੱਤਾ ਦੇ ਕੇਂਦਰ ਦੇ ਵਿੱਚ ਰਹੇਗੀ, ਭਾਵੇਂ ਉਹ ਹਾਰੇ ਤੇ ਜਾਂ ਭਾਵੇਂ ਜਿੱਤੇ। ਰਾਸ਼ਟਰੀ ਪੱਧਰ ਦੇ ਉੱਤੇ ਇੱਕ ਵਾਰ 30% ਦੀ ਵੋਟਾਂ ਹਾਸਲ ਕਰਨ ਤੋਂ ਬਾਅਦ ਸਿਆਸੀ ਤਸਵੀਰ ਇੰਨੀ ਜਲਦੀ ਨਹੀਂ ਜਾਂਦੀ। ਉਹਨਾਂ ਕਿਹਾ ਕਿ ਇਸ ਜਾਲ ਦੇ ਵਿੱਚ ਨਾ ਫਸੋ ਕਿ ਲੋਕ ਮੋਦੀ ਨੂੰ ਸੱਤਾ ਤੋਂ ਲਾਂਭੇ ਕਰ ਸਕਦੇ ਨੇ, ਪਰ ਭਾਜਪਾ ਕਿਤੇ ਨਹੀਂ ਜਾ ਰਹੀ। ਤੁਹਾਨੂੰ ਅਗਲੇ ਕਈ ਦਹਾਕਿਆਂ ਤੱਕ ਇਸ ਨਾਲ ਲੜਨਾ ਹੀ ਪਵੇਗਾ।
ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਰਾਹੁਲ ਗਾਂਧੀ ਨਾਲ ਸਮੱਸਿਆ ਹੋ ਸਕਦਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਕੁਝ ਸਮੇਂ ਦੇ ਵਿੱਚ ਲੋਕ ਉਹਨਾਂ ਨੂੰ ਯਾਨੀ ਕਿ ਨਰਿੰਦਰ ਮੋਦੀ ਨੂੰ ਹਟਾ ਦੇਣਗੇ, ਪਰ ਇੰਜ ਨਹੀਂ ਹੋਵੇਗਾ। ਪ੍ਰਸ਼ਾਂਤ ਕਿਸ਼ੋਰ ਦਾ ਕਹਿਣਾ, ਜਦੋਂ ਤੱਕ ਤੁਹਾਨੂੰ ਮੋਦੀ ਦੀ ਤਾਕਤ ਦਾ ਅੰਦਾਜ਼ਾ ਨਹੀਂ ਹੋਵੇਗਾ ਤੁਸੀਂ ਉਸ ਨੂੰ ਹਰਾਉਣ ਦੇ ਵਿੱਚ ਕਦੇ ਵੀ ਮੁਕਾਬਲਾ ਨਹੀਂ ਕਰ ਸਕੋਗੇ। ਜ਼ਿਆਦਾਤਰ ਲੋਕ ਆਪਣੀ ਤਾਕਤ ਨੂੰ ਸਮਝਣ ਦੇ ਵਿੱਚ ਸਮਾਂ ਨਹੀਂ ਲੈ ਰਹੇ। ਤੁਸੀਂ ਉਹਨਾਂ ਦਾ ਮੁਕਾਬਲਾ ਕਰਨ ਦੇ ਯੋਗ ਨਹੀਂ ਹੋਵੋਗੇ ਜਦੋਂ ਤੱਕ ਤੁਸੀਂ ਇਹ ਨਹੀਂ ਸਮਝ ਸਕਦੇ ਕਿ ਉਹਨਾਂ ਨੂੰ ਕਿਹੜੀ ਚੀਜ਼ ਪ੍ਰਸਿੱਧ ਬਣਾ ਰਹੀ ਹੈ। ਪ੍ਰਸ਼ਾਂਤ ਕਿਸ਼ੋਰ ਦਾ ਕਹਿਣਾ, ਤੁਸੀਂ ਜਾ ਕੇ ਕਿਸੇ ਵੀ ਕਾਂਗਰਸੀ ਨੇਤਾ ਜਾਂ ਕਿਸੇ ਖੇਤਰੀ ਨੇਤਾ ਨਾਲ ਗੱਲ ਕਰੋ, ਉਹ ਕਹਿਣਗੇ ਬਸ ਸਮੇਂ ਦੀ ਗੱਲ ਹੈ। ਲੋਕ ਉਸ ਤੋਂ ਨਾਰਾਜ਼ ਨੇ, ਸੱਤਾ ਵਿਰੋਧੀ ਲਹਿਰ ਆਵੇਗੀ ਤੇ ਲੋਕ ਉਸ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ, ਪਰ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹਾ ਕੁਝ ਹੋਵੇਗਾ। ਪ੍ਰਸ਼ਾਂਤ ਕਿਸ਼ੋਰ ਦਾ ਕਹਿਣਾ, ਜੇਕਰ ਵੋਟਰ ਆਧਾਰ ਦੇ ਉੱਤੇ ਨਜ਼ਰ ਮਾਰੀਏ ਤਾਂ ਲੜਾਈ 1/3 ਤੇ 2/3 ਦੇ ਵਿਚਕਾਰ ਹੈ। ਸਿਰਫ 1/3 ਲੋਕ ਭਾਜਪਾ ਨੂੰ ਵੋਟ ਦੇ ਰਹੇ ਨੇ ਜਾਂ ਭਾਜਪਾ ਨੂੰ ਸਮਰਥਨ ਦੇਣਾ ਚਾਹੁੰਦੇ ਨੇ। ਸਮੱਸਿਆ ਇਹ ਹੈ ਕਿ 2/3 ਲੋਕ ਇੰਨੇ ਖਿੰਡੇ ਹੋਏ ਨੇ ਕਿ 10, 12 ਜਾਂ 15 ਸਿਆਸੀ ਪਾਰਟੀਆਂ ਦੇ ਵਿੱਚ ਵੰਡੇ ਹੋਏ ਨੇ ਤੇ ਇਸ ਦਾ ਮੁੱਖ ਕਾਰਨ ਕਾਂਗਰਸ ਦਾ ਪਤਨ ਹੈ। ਉਹਨਾਂ ਨੇ ਕਿਹਾ ਕਿ ਇਹ ਇਸ ਲਈ ਹੈ ਕਿਉਂਕਿ ਕਾਂਗਰਸ ਦਾ ਸਮਰਥਨ ਘਟ ਗਿਆ, 65% ਵੋਟਾਂ ਦਾ ਆਧਾਰ ਟੁੱਟ ਰਿਹਾ, ਜਿਸ ਕਰਕੇ ਕਈ ਲੋਕ ਤੇ ਛੋਟੀਆਂ ਪਾਰਟੀਆਂ ਬਣ ਗਈਆਂ ਨੇ ਜਿਹੜੀਆਂ ਕਿ ਆਉਂਦੇ ਸਮੇਂ ਦੇ ਵਿੱਚ ਬੀਜੇਪੀ ਦੀ ਜੜ ਨੂੰ ਨਹੀਂ ਪੱਟ ਸਕਣਗੀਆਂ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪ੍ਰਸ਼ਾਂਤ ਕਿਸ਼ੋਰ ਨੇ ਜਿਹੜੀਆਂ ਗੱਲਾਂ ਕਹੀਆਂ ਇਹਦੇ ਵਿੱਚ ਮੇਰਾ ਨਹੀਂ ਖਿਆਲ ਕਿ ਕੁਝ ਗਲਤ ਵੀ ਹੈ, ਕਿਉਂਕਿ ਅਸੀਂ ਜੇਕਰ ਪਛਾਣ ਦੇ ਵੱਲ ਝਾਤ ਮਾਰ ਗਏ ਤਾਂ ਸਾਰਾ ਕੁਝ ਇਵੇਂ ਪ੍ਰਤੀਤ ਹੁੰਦਾ। ਤੁਸੀਂ 2019 ਦੀਆਂ ਲੋਕ ਸਭਾ ਚੋਣਾਂ ਦੇ ਵੱਲ ਝਾਤ ਮਾਰ ਕੇ ਦੇਖੋ, ਉਸ ਵੇਲੇ ਵੀ ਮਮਤਾ ਬੈਨਰਜੀ ਨੇ ਇੱਕ ਵਾਰ ਨਹੀਂ ਬਹੁਤ ਵਾਰ ਇਹ ਗੱਲ ਕਹੀ ਸੀ ਕਿ ਸਾਨੂੰ ਸਭ ਨੂੰ ਇੱਕ ਮੰਚ ਦੇ ਉੱਤੇ ਆਉਣਾ ਚਾਹੀਦਾ, ਪਰ ਰੌਲਾ ਉਦੋਂ ਫਿਰ ਕਈ ਪਾਰਟੀਆਂ ਦਾ ਪਿਆ, ਕਾਂਗਰਸ ਦਾ ਵੀ, ਹੋਰ ਵੀ ਵੱਖ-ਵੱਖ ਪਾਰਟੀਆਂ ਦਾ, ਕਿ ਅਗਵਾਈ ਕੌਣ ਕਰੂ। ਪ੍ਰਧਾਨ ਮੰਤਰੀ ਬਣਨ ਦੀ ਕਾਹਲ ਪਹਿਲਾਂ ਹੁੰਦੀ ਹੈ ਤੇ ਗੱਠਜੋੜ ਕਰਨ ਦੀ ਗੱਲ ਮਗਰੋਂ ਛਿੜਦੀ ਹੈ। ਇਹੀ ਗੱਲਾਂ ਬੀਜੇਪੀ ਨੂੰ ਵਾਰ-ਵਾਰ ਪ੍ਰਸ਼ਾਂਤ ਕਿਸ਼ੋਰ ਦੇ ਕਹਿਣ ਮੁਤਾਬਕ ਸੱਤਾ ਦੇ ਵਿੱਚ ਲਿਆਉਣ 'ਚ ਸਹਾਈ ਹੋ ਰਹੀਆਂ ਤੇ ਇਹ ਸਾਰਾ ਕੁਝ ਉਨੀ ਦੇਰ ਤੱਕ ਹੁੰਦਾ ਹੀ ਰਹੂਗਾ ਜਿੰਨੀ ਦੇਰ ਤੱਕ ਧੜਿਆਂ ਦੇ ਵਿੱਚ ਵੰਡੀਆਂ ਹੋਈਆਂ ਵੋਟਾਂ, ਜਿੰਨੀ ਦੇਰ ਤੱਕ ਵੱਖ-ਵੱਖ ਪਾਰਟੀਆਂ ਦੀ ਏਕਤਾ ਦੀ ਘਾਟ ਇਸੇ ਤਰੀਕੇ ਦੇ ਨਾਲ ਬੀਜੇਪੀ ਨੂੰ ਅੱਗੇ ਤੋਂ ਅੱਗੇ ਵਧਾਉਣ ਦੇ ਵਿੱਚ ਯੋਗਦਾਨ ਪਾਉਂਦੀ ਰਹੂਗੀ। ਉਸ ਤੋਂ ਅਗਲੀ ਗੱਲ ਇਹ ਹੈ ਕਿ ਜੋ ਟਿੱਕਰੀ ਤੇ ਖਬਰ ਆਈ ਹੈ ਗਾਜ਼ੀਪੁਰ ਦੇ ਬਾਰਡਰ ਤੋਂ, ਉਹਦੇ ਬਾਬਤ ਕਈ ਤਰ੍ਹਾਂ ਦੇ ਲੋਕਾਂ ਦੇ ਵਿਚਾਰ ਹੈ, ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਸੀ ਕਿ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ, ਪਰ ਉਹਨਾਂ ਨੂੰ ਇਸ ਤਰੀਕੇ ਨਾਲ ਸੜਕਾਂ ਦੇ ਉੱਤੇ ਜਾਮ ਲਾਉਣ ਦਾ, ਸੜਕਾਂ ਦੇ ਉੱਤੇ ਘੇਰਾ ਪਾਉਣ ਦਾ, ਸੜਕਾਂ ਦੇ ਉੱਤੇ ਇੰਨਾ ਲੰਮਾ ਸਮਾਂ ਬੈਠਣ ਦਾ ਅਧਿਕਾਰ ਨਹੀਂ ਹੈ। ਤੇ ਹੁਣ ਇਸ ਮੁਤਲਕ ਜਾਣਕਾਰੀ ਆਈ ਹੈ ਕਿ ਟਿੱਕਰੀ ਤੇ ਗਾਜ਼ੀਪੁਰ ਬਾਰਡਰ ਦੇ ਉੱਤੇ ਪੁਲਿਸ ਦੇ ਵੱਲੋਂ ਰਾਤ ਦੇ ਵੇਲੇ ਅਚਾਨਕ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਗਏ, ਕੰਡਿਆਲੀਆਂ ਤਾਰਾਂ ਲਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਤੇ ਤੁਰੰਤ ਇਹ ਗੱਲ ਫੈਲੀ ਸੋਸ਼ਲ ਮੀਡੀਆ ਦੇ ਉੱਤੇ ਕਿ ਕਿਸੇ ਵੀ ਵੇਲੇ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਜਾ ਸਕਦਾ, ਕਿਸੇ ਵੀ ਵੇਲੇ ਕਿਸਾਨਾਂ ਨੂੰ ਇੱਥੋਂ ਖਿੰਡਾਉਣ ਦੇ ਲਈ ਕਾਰਵਾਈ ਸ਼ੁਰੂ ਹੋ ਸਕਦੀ ਹੈ। ਇਹ ਸੁਨੇਹਾ ਪਹੁੰਚਣੇ ਪੰਜਾਬ ਦੇ ਵਿੱਚੋਂ ਵੀ ਬਹੁਤ ਵੱਡੀ ਗਿਣਤੀ ਵਿੱਚ ਟਰਾਲੀਆਂ ਜਿਹੜੀਆਂ ਉਹ ਟਿੱਕਰੀ ਬਾਰਡਰ ਦੇ ਉੱਤੇ ਪਹੁੰਚਣੀਆਂ ਸ਼ੁਰੂ ਹੋਈਆਂ ਤੇ ਗਾਜ਼ੀਪੁਰ ਦੇ ਬਾਰਡਰ ਦੇ ਉੱਤੇ ਵੀ ਸੁਣਿਆ ਕਿ ਲੋਕਾਂ ਦਾ ਇਕੱਠ ਵਧਿਆ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੀ ਇਸ ਨਾਜ਼ੁਕ ਮੌਕੇ ਦੇ ਉੱਤੇ ਆ ਕੇ ਸਰਕਾਰ ਦੇ ਵੱਲੋਂ ਇਹੋ ਜਿਹੀ ਬੱਜਰ ਗਲਤੀ ਕੀਤੀ ਜਾਊਗੀ ਕਿ ਕਿਸਾਨਾਂ ਦੇ ਉੱਤੇ ਜ਼ਬਰਦਸਤੀ ਕੀਤੀ ਜਾਵੇ, ਕਿਸਾਨਾਂ ਨੂੰ ਜ਼ਬਰਦਸਤੀ ਉਠਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਕਿਸਾਨਾਂ ਦੇ ਖਿਲਾਫ ਕੋਈ ਇਹੋ ਜਿਹੀ ਕਾਰਵਾਈ ਕੀਤੀ ਜਾਵੇ ਜਿਹਦੇ ਕਰਕੇ ਪਹਿਲਾਂ ਹੀ ਬੀਜੇਪੀ ਨੂੰ ਜਿਹੜੀ ਫਿਕਰ ਪਿਆ ਹੋਇਆ ਕਿ ਭਾਈ ਅਸੀਂ ਪੰਜਾਬ ਦੇ ਵਿੱਚ, ਯੂਪੀ ਦੇ ਵਿੱਚ, ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਕਿਵੇਂ ਜਿੱਤਾਂਗੇ, ਉਹ ਮੇਰੇ ਨਹੀਂ ਖਿਆਲ ਦੇ ਮੁਤਾਬਕ ਕਿ ਇਹੋ ਜਿਹਾ ਕੋਈ ਫੈਸਲਾ ਭਵਿੱਖ ਦੇ ਵਿੱਚ ਕਰਨਗੇ ਵੀ ਕਿਸਾਨ ਦੇ ਨਾਲ ਕੋਈ ਜ਼ਬਰਦਸਤੀ ਕੀਤੀ ਜਾਵੇ, ਕਿਸਾਨੀ ਦੇ ਨਾਲ ਕੋਈ ਹੋਰ ਧੱਕਾ ਜਿਹੜੇ ਬਾਰਡਰਾਂ ਦੇ ਉੱਤੇ ਬੈਠੇ ਆ ਉੱਥੇ ਕੀਤਾ ਜਾਵੇ। ਹਾਂ, ਇਹ ਜ਼ਰੂਰ ਹੈ ਕਿ ਤੰਗ ਪਰੇਸ਼ਾਨ ਕਰਨ ਦੀਆਂ ਸਿੱਧੀਆਂ ਅਸਿੱਧੀਆਂ ਕੋਸ਼ਿਸ਼ਾਂ ਪਹਿਲਾਂ ਵੀ ਕੀਤੀਆਂ ਗਈਆਂ ਤੇ ਹੁਣ ਵੀ ਕੀਤੀਆਂ ਜਾ ਰਹੀਆਂ। ਕਿਸਾਨਾਂ ਦੇ ਵੱਡੇ ਹਿੱਸੇ ਦਾ ਕਹਿਣਾ ਵੀ ਜਦੋਂ ਬੈਰੀਕੇਡ ਹਟਾ ਦਿੱਤੇ ਗਏ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੇ ਟਰੱਕ ਆ, ਜਿਹੜੀਆਂ ਬੱਸਾਂ, ਕਾਰਾਂ, ਜੀਪਾਂ, ਉਹ ਕਿਸਾਨਾਂ ਦੇ ਵਿਚਾਲਿਓਂ ਨਿਕਲਣ ਤੇ ਕਿਸਾਨ ਆਪ ਹੀ ਦਹਿਸ਼ਤ ਦੇ ਕਰਕੇ ਉਰੇ ਪਰੇ ਹੋ ਜਾਣ ਜਾਂ ਕਹਿਣ ਯਾਰ ਪਤਾ ਕੋਈ ਨਹੀਂਗਾ ਵੀ ਕਿਹੜੀ ਚੀਜ਼ ਸਾਨੂੰ ਲੱਟ ਕੇ ਤੁਰ ਜੇ, ਇਸ ਕਰਕੇ ਘਰਾਂ ਨੂੰ ਚੱਲਦੇ ਆ। ਇਹਦੇ ਕਰਕੇ ਉਹਨਾਂ ਦੇ ਵੱਲੋਂ ਹੁਣ ਰਾਤ ਦੀ ਪਹਿਰੇਦਾਰੀ ਵੀ ਕੀਤੀ ਜਾਂਦੀ ਹੈ ਵੀ ਕੋਈ ਪਤਾ ਨਹੀਂ ਰਾਤ ਦੇ ਵੇਲੇ ਕੌਣ ਟਰੱਕ ਚੜਾ ਜੇ ਤੇ ਕੋਈ ਪਤਾ ਨਹੀਂ ਰਾਤ ਦੇ ਵੇਲੇ ਪੁਲਿਸ ਕਿਹੜੀ ਕਾਰਵਾਈ ਪਾਵੇ। ਬੂਟਾ ਸਿੰਘ ਬੁਰਜਗੜ੍ਹ ਤੋਂ ਲੈ ਕੇ ਹੋਰ ਜਿਹੜੇ ਕਿਸਾਨ ਆਗੂ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਥੇ ਇਕੱਠ ਵਧਾਉਣ ਦੀ ਜ਼ਰੂਰਤ ਹੈ, ਪਰ ਕਨਸੂਆਂ ਵੀ ਪ੍ਰਾਪਤ ਹੋ ਰਹੀਆਂ ਕਿ ਅੰਦਰ ਖਾਤੇ ਸਕ੍ਰਿਪਟ ਆ ਜਿਹੜੀ ਉਹ ਤਿਆਰ ਕੀਤੀ ਜਾ ਚੁੱਕੀ ਹੈ। ਲਗਭਗ ਕੁਝ ਕੁ ਕਾਨੂੰਨ ਰੱਦ ਕਰਨ ਦੇ ਉੱਤੇ ਤੇ ਕੁਝ ਕੁ ਕਾਨੂੰਨਾਂ ਦੇ ਉੱਤੇ ਕਿਸਾਨਾਂ ਨੂੰ ਨਾਲ ਲੈ ਕੇ ਇੱਕ ਕਮੇਟੀ ਬਣਾਉਣ ਦੇ ਉੱਤੇ ਸ਼ਾਇਦ ਸਹਿਮਤੀ ਬਣ ਰਹੀ ਹੈ, ਜਿਹੜੀ ਆਉਂਦੇ ਸਮੇਂ ਦੇ ਵਿੱਚ ਸ਼ਾਇਦ ਕਿਸਾਨ ਪੱਖੀ ਕੋਈ ਨਾ ਕੋਈ ਖਬਰ ਲੈ ਕੇ ਆਵੇ। ਤੇ ਸਮੇਂ ਦੀ ਇਹ ਬਹੁਤ ਵੱਡੀ ਜ਼ਰੂਰਤ ਵੀ ਹੈ ਕਿ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਹੋਵੇ, ਕਿਸਾਨ ਆਪੋ ਆਪਣੇ ਘਰਾਂ ਨੂੰ ਆਉਣ, ਕਿਉਂਕਿ ਕਦੇ ਖਬਰ ਆਉਂਦੀ ਹੈ ਜੀ ਕਿ ਬਾਰਡਰਾਂ ਦੇ ਉੱਤੇ ਬੈਠੇ ਕਿਸਾਨ ਨੂੰ ਕੋਈ ਟੀਚਰ ਕਰ ਗਿਆ ਤੇ ਕਦੇ ਖਬਰ ਆਉਂਦੀ ਹੈ ਕਿ ਉਹਨਾਂ ਨੂੰ ਕੋਈ ਸ਼ਹੀਦ ਨਹੀਂ ਮੰਨਦਾ,
ਕਦੇ ਖਬਰ ਆਉਂਦੀ ਹੈ ਜੀ ਕਿ ਟਰੱਕ ਨੇ ਲਤੜਤਾ, ਕਦੇ ਕੋਈ ਖਬਰ ਆਉਂਦੀ ਹੈ ਕਿਸਾਨਾਂ ਦੀ ਸ਼ਹਾਦਤ ਨੂੰ ਸ਼ਹਾਦਤ ਵੀ ਨਹੀਂ ਮੰਨਿਆ ਜਾ ਰਿਹਾ, ਕਿਸਾਨਾਂ ਦੀ ਮੌਤ ਨੂੰ ਗਿਣਤੀ ਦੇ ਵਿੱਚ ਵੀ ਨਹੀਂ ਰੱਖਿਆ ਜਾ ਰਿਹਾ। ਇਹਨਾਂ ਖਬਰਾਂ ਤੋਂ ਬਾਅਦ ਇਸ ਗੱਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਕਿ ਕਿਸਾਨੀ ਮਸਲਾ ਤੁਰੰਤ ਹੱਲ ਹੋਵੇ ਤੇ ਜਾਣਕਾਰ ਸੂਤਰ ਇਹ ਗੱਲ ਦੱਸਦੇ ਆ ਕਿ ਇਹ ਮਸਲਾ ਹੱਲ ਕਰਨ ਦੇ ਲਈ ਬੀਜੇਪੀ ਦੇ ਵੱਲੋਂ ਅੰਦਰ ਖਾਤੇ ਰਣਨੀਤੀ ਤਿਆਰ ਵੀ ਕਰ ਲਈ ਗਈ ਹੈ। ਸ਼ਾਇਦ ਕੁਝ ਹਫ਼ਤਿਆਂ ਦੇ ਵਿੱਚ ਇਸ ਮੁਤਲਕ ਕੋਈ ਹਾਂਦਰੂ ਹੁੰਗਾਰੇ ਦੀ ਖਬਰ ਵੀ ਪ੍ਰਾਪਤ ਹੋਵੇ ਜਿਹੜੀ ਕਿ ਚੰਗੀ ਦਿਸ਼ਾ ਦੇ ਵੱਲ ਵੱਧ ਸਕਦੀ ਹੈ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਲੰਘੇ ਕੱਲ੍ਹ ਵੀ ਪੰਜਾਬ ਦੇ ਵਿੱਚ ਸੀ ਤੇ ਪਰਸੋਂ ਵੀ 2 ਦਿਨ ਦਾ ਉਹਨਾਂ ਦਾ ਦੌਰਾ ਸੀ। ਇਸ ਤੋਂ ਪਹਿਲਾਂ ਵੀ 1 ਜਾਂ 2 ਦਿਨ ਦੇ ਲਈ ਉਹ ਆਉਂਦੇ ਆ ਪੰਜਾਬ ਦੇ ਵਿੱਚ, ਆ ਕੇ ਚਲੇ ਜਾਂਦੇ ਆ, ਐਲਾਨ ਵੀ ਕਰਦੇ ਆ, ਵਾਅਦੇ ਵੀ ਤੇ ਕਈ ਵਾਰ ਦਾਅਵੇ ਵੀ। ਉਹਨਾਂ ਦਾ ਇਹ ਕਹਿਣਾ ਵੀ ਜੇਕਰ ਵਪਾਰੀਆਂ ਨੇ ਸਾਡਾ ਸਾਥ ਦਿੱਤਾ ਤਾਂ ਬਿਜਲੀ ਵੀ ਸਸਤੀ ਮਿਲੂਗੀ ਤੇ ਕੋਈ ਜਿਹੜੀਆਂ ਫਜ਼ੂਲ ਕਿਸਮ ਦੀਆਂ ਫਾਰਮੈਲਿਟੀਆਂ ਜਿਹੜੀਆਂ ਹਿੱਸਾ ਪੱਤੀ ਵਾਲੀਆਂ ਕਿ ਭਾਈ ਸਾਡਾ ਵਿੱਚ ਇੰਨਾ ਹਿੱਸਾ ਹੋਵੇ ਤੁਹਾਡੇ ਮਸਲੇ ਹੱਲ ਕਰ ਦਿੰਦੇ ਆ, ਆਹ ਸਾਡੇ ਲਈ ਇੰਨੀ ਚੀਜ਼ ਰੱਖ ਲਓ, ਤੁਹਾਡੇ ਲਈ ਕਾਗਜ਼ਾਂ ਦੇ ਉੱਤੇ ਘੁੱਗੀ ਛੇਤੀ ਵੱਜ ਜੂਗੀ, ਇਹ ਸਾਰੀਆਂ ਗੱਲਾਂ ਅਸੀਂ ਖਤਮ ਕਰ ਦਿਆਂਗੇ। ਲੰਘੇ ਕੱਲ੍ਹ ਵੀ ਕੇਜਰੀਵਾਲ ਸਾਹਿਬ ਬਠਿੰਡੇ ਦੇ ਵਿੱਚ ਗਏ, ਵਪਾਰੀਆਂ ਦੇ ਨਾਲ ਮੀਟਿੰਗ ਕੀਤੀ। ਇੱਥੇ ਉਹਨਾਂ ਨੇ ਵਪਾਰੀਆਂ ਨੂੰ ਇਹ ਗੱਲ ਕਹੀ ਹੈ ਕਿ ਮੌਕਾ ਦਿਓ ਸਾਨੂੰ ਇੱਕ ਵਾਰੀ 2022 ਦੇ ਵਿੱਚ ਜੋ ਟੈਕਸ ਨੂੰ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਖਤਮ ਕਰ ਦਿਆਂਗੇ। ਸਾਡੇ ਬਹੁ ਗਿਣਤੀ ਦਰਸ਼ਕ ਜਾਣਦੇ ਹੋਣਗੇ ਕਿ ਜੋ ਟੈਕਸ ਕੀ ਹੈ। ਮਨਪ੍ਰੀਤ ਸਿੰਘ ਬਾਦਲ ਜਿਹੜੇ ਕਿ ਵਿੱਤ ਮੰਤਰੀ ਆ ਪੰਜਾਬ ਦੇ, ਉਹਨਾਂ ਦੇ ਸਾਲੇ ਦਾ ਨਾਂ ਹੈਗਾ ਜੈਜੀਤ ਜੌਹਲ, ਉਹਨਾਂ ਨੂੰ ਸ਼ਾਰਟ ਨੇਮ ਉਹਨਾਂ ਦਾ ਨਿੱਕਾ ਨਾਂ ਜੋਜੋ ਆ। ਤੇ ਜੋਜੋ ਦੇ ਉੱਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਸਮੇਂ-ਸਮੇਂ ਤੇ ਦੋਸ਼ ਲਾਏ ਜਾਂਦੇ ਆ ਕਿ ਕਿਸ ਤਰੀਕੇ ਨਾਲ ਧੱਕਾ ਵੀ ਕੀਤਾ ਜਾਂਦਾ ਤੇ ਕਿਸ ਤਰੀਕੇ ਦੇ ਨਾਲ ਉੱਥੇ ਕਿਹੜੀਆਂ ਕਾਰਵਾਈਆਂ ਹੁੰਦੀਆਂ ਉਹਨਾਂ ਦੀ ਅਗਵਾਈ ਦੇ ਵਿੱਚ। ਕੇਜਰੀਵਾਲ ਦੇ ਕਹਿਣ ਦੇ ਮੁਤਾਬਕ ਜੋ ਟੈਕਸ ਲਿਆ ਜਾਂਦਾ, ਜੋ ਕਿ ਮੇਰਾ ਹਿੱਸਾ ਦਿਓ, ਇਹ ਗੱਲ ਚੱਲਦੀ ਹੈ, ਇਹ ਅਸੀਂ ਖਤਮ ਕਰ ਦਿਆਂਗੇ ਤੇ ਗੁੰਡਾ ਟੈਕਸ ਪੰਜਾਬ ਦੇ ਵਿੱਚੋਂ ਸਮਾਪਤ ਹੋ ਜਾਊ। ਲੰਘੇ ਕੱਲ੍ਹ ਆਪਾਂ ਜਾਣਦੇ ਹਾਂ ਕਿ ਉਹ ਕਈ ਥਾਵਾਂ ਦੇ ਉੱਤੇ ਗਏ, ਪਰ ਪਰਸੋਂ ਉਹਨਾਂ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਸੀ, ਪਰ ਕਿਸਾਨ ਉਹਨਾਂ ਤੋਂ ਸੰਤੁਸ਼ਟ ਨਹੀਂ ਹੋਏ। ਸਵਾਲ ਜਿਹੜੇ ਤਿੱਖੇ ਸੀ ਕਿਸਾਨ ਆਗੂਆਂ ਦੇ ਕਿ ਜੇਕਰ ਤੁਹਾਨੂੰ ਮੌਕਾ ਮਿਲ ਜਾਂਦਾ ਤੁਸੀਂ ਕਿਸਾਨੀ ਦੇ ਲਈ ਪ੍ਰੈਕਟੀਕਲ ਤੌਰ ਦੇ ਉੱਤੇ ਕਿਵੇਂ ਕਰੋਗੇ, ਜੋ ਤੁਸੀਂ ਵਾਅਦਾ ਕਰਦੇ ਹੋ ਕਿ ਆ ਵੀ ਕਰ ਦਿਆਂਗੇ, ਆ ਵੀ ਕਰ ਦਿਆਂਗੇ, ਆ ਵੀ ਕਰ ਦਿਆਂਗੇ, ਆ ਤਾਂ ਵੱਟ ਤੇ ਹੀ ਪਿਆ ਕੀਤਾ ਹੋਇਆ, ਇਹਦੇ ਲਈ ਬਜਟ ਕਿੱਥੋਂ ਆਊਗਾ? ਜੇ ਪੈਸੇ ਨਾ ਹੋਣਗੇ ਤਾਂ ਫਿਰ ਮਸਲੇ ਕਿਵੇਂ ਹੱਲ ਕਰੋਗੇ? ਉਦੋਂ ਕੇਜਰੀਵਾਲ ਸਾਹਿਬ ਕੋਈ ਸੰਤੁਸ਼ਟੀਜਨਕ ਉੱਤਰ ਨਹੀਂ ਦੇ ਸਕੇ, ਜਿਹਦੇ ਕਰਕੇ ਕਿਸਾਨ ਉੱਠ ਕੇ ਆ ਗਏ ਸੀ ਵੀ ਯਾਰ ਜੇਕਰ ਤੁਸੀਂ ਕੁਝ ਕਰ ਹੀ ਨਹੀਂ ਸਕਦੇ, ਇਕੱਲੇ ਐਲਾਨ ਹੀ ਕਰਨੇ ਆ, ਤਾਂ ਐਲਾਨ ਤਾਂ ਫਿਰ ਬੀਜੇਪੀ ਵੀ ਕਰਦੀ ਹੈ, ਐਲਾਨ ਕਾਂਗਰਸ ਨੇ ਵੀ ਕੀਤੇ ਸੀ। ਸੱਤਾ ਦੇ ਵਿੱਚ ਹੋਣ ਦੇ ਬਾਵਜੂਦ ਕਾਂਗਰਸੀ ਤਾਂ ਹੁਣ ਵੀ ਐਲਾਨ ਹੀ ਕਰਦੇ ਆ, ਅਕਾਲੀ ਦਲ ਬਸਪਾ ਗੱਠਜੋੜ ਵੀ ਕਰਦਾ। ਫਿਰ ਜਦੋਂ ਤੁਸੀਂ ਸਾਰੇ ਇੱਕੋ ਜਿਹੇ ਤੇ ਫਿਰ ਅਸੀਂ ਬੈਠ ਕੇ ਕਰਨਾ ਕੀ ਹੈ? ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਲੰਘੇ ਕੱਲ੍ਹ ਅਰਵਿੰਦ ਕੇਜਰੀਵਾਲ ਹੋਰਾਂ ਨੇ ਕੀ ਗੱਲਾਂ ਕਹੀਆਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨ ਦੇ ਲਈ ਪੰਜਾਬ ਦੇ ਦੌਰੇ ਦੇ ਉੱਤੇ ਆਏ ਹੋਏ ਸਨ ਤੇ ਹੁਣ ਉਹ ਵਾਪਸ ਦਿੱਲੀ ਚਲੇ ਗਏ ਨੇ। ਅਰਵਿੰਦ ਕੇਜਰੀਵਾਲ ਨੇ ਬਠਿੰਡੇ ਦੇ ਵਿੱਚ ਪੰਜਾਬ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ, ਅਪਰਾਧ, ਇੰਸਪੈਕਟਰੀ ਰਾਜ ਤੇ ਮਾਫੀਆ ਰਾਜ ਦੇ ਉੱਤੇ ਕਰਾਰੀ ਚੋਟ ਕਰਦਿਆਂ ਐਲਾਨ ਕੀਤਾ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਨੂੰ ਅਪਰਾਧੀਆਂ, ਗੁੰਡਿਆਂ, ਭ੍ਰਿਸ਼ਟਾਚਾਰੀਆਂ ਤੇ ਇੰਸਪੈਕਟਰੀ ਰਾਜ ਤੋਂ ਮੁਕਤ ਕੀਤਾ ਜਾਵੇਗਾ। 1 ਅਪ੍ਰੈਲ ਤੋਂ ਬਾਅਦ ਹਰ ਵਪਾਰੀ ਕਾਰੋਬਾਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੋਵੇਗੀ। ਸ਼ੁੱਕਰਵਾਰ ਨੂੰ ਬਠਿੰਡਾ ਦੇ ਵਿੱਚ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਕੇਜਰੀਵਾਲ ਦੀ ਗੱਲਬਾਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਜਿੱਥੇ ਵਪਾਰੀਆਂ, ਕਾਰੋਬਾਰੀਆਂ ਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਤੇ ਲੋੜਾਂ ਬਾਰੇ ਜਾਣਿਆ, ਉੱਥੇ ਉਹਨਾਂ ਨੇ ਕਾਰੋਬਾਰੀਆਂ ਲਈ 2 ਵੱਡੇ ਐਲਾਨ ਕੀਤੇ। ਕੇਜਰੀਵਾਲ ਨੇ ਪਹਿਲਾ ਐਲਾਨ ਕੀਤਾ ਕਿ ਸਾਡੀ ਪਾਰਟੀ ਦੀ ਸਰਕਾਰ ਬਣਨ ਤੇ 1 ਅਪ੍ਰੈਲ 2022 ਤੋਂ ਬਾਅਦ ਹਰ ਵਪਾਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੋਵੇਗੀ। ਡਰਨਾ ਛੱਡ ਦੇਵੋ ਤੇ ਪੰਜਾਬ ਦੇ ਵਿੱਚ ਵਪਾਰ ਤੇ ਉਦਯੋਗ ਦੇ ਲਈ ਨਵੀਆਂ ਯੋਜਨਾਬੰਦੀਆਂ ਕਰੋ। ਦੂਜਾ ਐਲਾਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਂਗ ਪੰਜਾਬ ਦੇ ਵਿੱਚ ਵੀ ਇੱਕ ਇਮਾਨਦਾਰ ਸਰਕਾਰ ਦੇਵਾਂਗੇ। ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੇ ਕਾਂਗਰਸ, ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਬਹੁਤ ਮੌਕੇ ਦਿੱਤੇ, ਪਰ ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਦੇਖੋ। ਇੱਕ ਵਾਰ ਮੌਕਾ ਦਿਓ, ਫਿਰ ਤੁਹਾਨੂੰ ਦਿੱਲੀ ਵਾਂਗ ਪੰਜਾਬ ਦੇ ਵਿੱਚ ਵੀ ਸਹੂਲਤਾਂ ਮਿਲਣਗੀਆਂ। ਇਸ ਮੌਕੇ ਮੰਚ ਦੇ ਉੱਤੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਰਾਘਵ ਚੱਡਾ, ਹਰਪਾਲ ਸਿੰਘ ਚੀਮਾ ਮੌਜੂਦ ਸਨ। ਮੰਚ ਸੰਚਾਲਨ ਦੀ ਭੂਮਿਕਾ ਅਮਨ ਅਰੋੜਾ ਨੇ ਨਿਭਾਈ ਹੈ। ਇਸ ਮੌਕੇ ਦੇ ਉੱਤੇ ਭਗਵੰਤ ਮਾਨ ਦੇ ਵੱਲੋਂ ਵੀ ਤਿੱਖੇ ਸ਼ਬਦਕ ਵਾਰ ਸੱਤਾਧਾਰੀ ਧਿਰ ਤੇ ਹੋਰਨਾਂ ਲੋਕਾਂ ਦੇ ਉੱਤੇ ਕੀਤੇ ਗਏ ਤੇ ਇਸ ਮੌਕੇ ਦੇ ਉੱਤੇ ਚੰਨੀ ਸਰਕਾਰ ਨੂੰ ਵੀ ਕੇਜਰੀਵਾਲ ਦੇ ਵੱਲੋਂ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਅਰਵਿੰਦ ਕੇਜਰੀਵਾਲ ਹੋਰੀ ਪੰਜਾਬ ਦੇ ਵਿੱਚ ਆਉਂਦੇ ਆ ਕੇ ਚਲੇ ਜਾਂਦੇ ਆ, ਕੋਈ ਮਾੜੀ ਗੱਲ ਨਹੀਂ। ਅਸੀਂ ਤਾਂ ਇਹ ਵੀ ਸੋਚਦੇ ਹਾਂ, ਪੰਜਾਬ ਦੇ ਲੋਕ ਵੀ ਸੋਚਦੇ ਆ ਵੀ ਜੇਕਰ ਕਿਸੇ ਇੱਕ ਸੂਬੇ ਦੇ ਵਿੱਚ ਤੁਸੀਂ ਸਰਗਰਮੀ ਫੜਨੀ ਹੋਵੇ, ਕੋਈ ਨਤੀਜੇ ਹਾਂਦਰੂ ਲੈਣੇ ਹੋਣ, ਤਾਂ ਉਹਦੇ ਲਈ ਸਰਗਰਮੀਆਂ ਇਸ ਤੋਂ ਵੱਧ ਹੋਣੀਆਂ ਚਾਹੀਦੀਆਂ। ਜਿੰਨੇ ਕੁ ਗੇੜੇ ਕੇਜਰੀਵਾਲ ਸਾਹਿਬ ਹੁਣ ਮਾਰ ਰਹੇ ਪੰਜਾਬ ਦੇ ਵਿੱਚ, ਇਹਦੀ ਤੁਲਨਾ ਤੁਸੀਂ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲ ਕਰਕੇ ਦੇਖੋ।
ਉਸ ਵੇਲੇ ਕੇਜਰੀਵਾਲ ਸਾਹਿਬ ਹੁਣ ਨਾਲੋਂ ਕਈ ਗੁਣਾ ਵੱਧ ਸਰਗਰਮ ਸੀ ਤੇ ਅੱਜ ਉਹਨਾਂ ਦੀ ਉਹ ਸਰਗਰਮੀ ਉਸ ਰੂਪ ਦੇ ਵਿੱਚ ਨਜ਼ਰ ਕਿੰਨੀ ਕੁ ਆਉਂਦੀ ਆਪਾਂ ਜਾਣਦੇ ਹਾਂ। ਕੇਜਰੀਵਾਲ ਸਾਹਿਬ ਤੋਂ ਆਸ ਇਸ ਗੱਲ ਦੀ ਸੀ ਕਿ ਉਹ ਜਦੋਂ ਹੁਣ ਬਾਕੀ ਪਾਰਟੀਆਂ ਦੇ ਵੱਲੋਂ ਬਹੁਤ ਘੱਟ ਕੁਝ ਜਾਂ ਨਾ ਮਾਤਰ ਕੁਝ ਕੀਤਾ ਜਾ ਰਿਹਾ ਪੰਜਾਬ ਪੱਖੀ, ਤਾਂ ਇਸ ਖੱਪੇ ਨੂੰ ਪੂਰ ਕੇ, ਇਸ ਖਿਲਾਅ ਨੂੰ ਭਰ ਕੇ ਤੇ ਉਹ ਪੰਜਾਬ ਦੇ ਲੋਕਾਂ ਦੀ ਉਮੀਦ ਨੂੰ ਫੁੱਲ ਲਾਉਣਗੇ। ਪਰ ਇਦਾਂ ਦਾ ਕੁਝ ਹੋਇਆ ਨਹੀਂ। ਕੋਈ ਜਨੂਨੀ ਪ੍ਰਸ਼ੰਸਕ ਇਹ ਗੱਲ ਕਹੇ ਜੀ ਕਿ ਆਮ ਆਦਮੀ ਪਾਰਟੀ ਅੱਜ ਵੀ ਚਮਤਕਾਰ ਕਰ ਰਹੀ ਹੈ, ਉਹਦੇ ਉੱਤੇ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਹਕੀਕਤ ਕੀ ਹੈ ਇਹ ਕੰਧ ਦੇ ਉੱਤੇ ਲਿਖਿਆ ਪੜ੍ਹ ਲੈਣਾ ਚਾਹੀਦਾ। ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਲੰਘੇ ਕੱਲ ਭਗਵੰਤ ਮਾਨ ਦੇ ਘਰ ਦੇ ਵਿੱਚ ਪ੍ਰਸ਼ਾਦਾ ਵੀ ਛਕਿਆ ਗਿਆ ਤੇ ਭਗਵੰਤ ਮਾਨ ਦੇ ਸਤਿਕਾਰਯੋਗ ਮਾਤਾ ਜੀ ਦੇ ਪੈਰੀ ਹੱਥ ਵੀ ਲਾਏ ਗਏ ਆ। ਭਗਵੰਤ ਮਾਨ ਨੇ ਇਹ ਤਸਵੀਰਾਂ ਨੇ ਜਿਹੜੀਆਂ ਉਹ ਆਪਣੇ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਹੋਰ ਹਿੱਸਿਆਂ ਦੇ ਉੱਤੇ ਸਾਂਝੀਆਂ ਕੀਤੀਆਂ। ਦੇਖੋ, ਇਹ ਇੱਕ ਚੰਗੀ ਗੱਲ ਹੈ। ਮਾਪੇ ਕਿਸੇ ਦੇ ਵੀ ਹੋਣ, ਸਾਨੂੰ ਸਭ ਨੂੰ ਸਤਿਕਾਰ ਕਰਨਾ ਚਾਹੀਦਾ। ਵਿਚਾਰਧਾਰਕ ਮਤਭੇਦ ਜਿਨ੍ਹਾਂ ਦੇ ਨਾਲ ਹੋਣ, ਉਹਨਾਂ ਦੇ ਵੀ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ। ਰਾਜਨੀਤੀ ਦੇ ਵਿੱਚ ਇੰਨੀ ਨਿਵਾਣ ਨਹੀਂ ਹੋਣੀ ਚਾਹੀਦੀ ਕਿ ਅਸੀਂ ਬਜ਼ੁਰਗਾਂ ਦਾ ਸਤਿਕਾਰ ਕਰਨਾ ਵੀ ਭੁੱਲ ਜਾਈਏ। ਪਰ ਮਸਲਾ ਜਿਹੜਾ ਉਹਦੇ ਵੱਲ ਕੇਜਰੀਵਾਲ ਸਾਹਿਬ ਹਾਲੇ ਤੱਕ ਖਿਆਲ ਨਹੀਂ ਕਰ ਰਹੇ। ਮੈਂ ਕੱਲ ਵੀ ਇਹ ਬੇਨਤੀ ਕੀਤੀ ਸੀ ਕਿ ਪੰਜਾਬ ਦੇ ਕਈ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਇਹ ਗੱਲ ਕਹਿੰਦੇ ਆ ਵੀ ਜਿਸ ਤਰੀਕੇ ਦੇ ਨਾਲ ਨਾ ਤਾਂ ਕੋਈ ਸੀਐਮ ਕੈਂਡੀਡੇਟ ਆ, ਨਾ ਹੀ ਕੋਈ ਸਾਨੂੰ ਹੋਰ ਬਾਂਹ ਫੜਨ ਵਾਲਾ, ਉਂਗਲ ਫੜਨ ਵਾਲਾ ਜਾਪਦਾ, ਤਾਂ ਫਿਰ ਸਾਨੂੰ ਇਉਂ ਲੱਗਦਾ ਨਹੀਂ ਜੀ ਕਿ ਅਸੀਂ ਵੀ ਆਪਣੀ ਸੀਟ ਨੂੰ ਬਚਾ ਸਕਾਂਗੇ। ਜੇਕਰ ਆਮ ਆਦਮੀ ਪਾਰਟੀ ਦੇ ਵਿਧਾਇਕ ਇਹ ਗੱਲ ਕਹਿੰਦੇ ਕਿ ਸਾਨੂੰ ਵੀ ਆਪਣੀ ਸੀਟ ਬਚਾਉਣੀ ਇਤਕੀ ਔਖੀ ਪ੍ਰਤੀਤ ਹੁੰਦੀ ਹੈ, ਤਾਂ ਫਿਰ ਬਾਕੀ ਥਾਵਾਂ ਦੇ ਉੱਤੇ ਕੀ ਹਾਲ ਹੋਊਗਾ ਇਹਦੇ ਬਾਰੇ ਅੰਦਾਜ਼ਾ ਲਾਉਣਾ ਔਖਾ ਨਹੀਂ। ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਜੋਸ਼ ਜਨੂਨ ਜਿਹੋ ਜਿਹਾ ਸੀ 2017 ਦੇ ਵਿੱਚ ਜਾਂ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ, ਕੀ ਉਹ ਅੱਜ ਵੀ ਉਵੇਂ ਆ? ਵਿਦੇਸ਼ਾਂ ਦੇ ਵਿੱਚ ਜੋ ਭੈਣਾਂ ਵੀਰ ਆਮ ਆਦਮੀ ਪਾਰਟੀ ਨੂੰ ਬੇਹੱਦ ਸਪੋਰਟ ਕਰਦੇ ਸੀ, ਕੀ ਉਹ ਸਾਰਾ ਕੁਝ ਅੱਜ ਵੀ ਉਵੇਂ ਆ? ਜਿਵੇਂ ਹਰ ਕਿਸੇ ਦੇ ਮਨ ਦੇ ਵਿੱਚ ਤਾਂਘ ਰਹਿੰਦੀ ਸੀ ਕਿ ਆਮ ਆਦਮੀ ਪਾਰਟੀ ਚਮਤਕਾਰ ਕਰਨ ਜਾ ਰਹੀ ਹੈ, ਕੀ ਹੁਣ ਵੀ ਉਹ ਆਸ ਹੈ? ਸੋ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਝੁਕਾ ਕਿਹੜੇ ਪਾਸੇ ਨੂੰ ਅਤੇ ਕਿਹੜੀ ਪਾਰਟੀ ਅੱਗੇ ਕਿਹੜੀ ਪਿੱਛੇ ਆ, ਇਹਦੇ ਬਾਰੇ ਦੱਸਣ ਦੇ ਲਈ ਕਾਫੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਜੀ ਕਿ ਮੁੱਖ ਮੰਤਰੀ ਦਾ ਚਿਹਰਾ ਹਾਲੇ ਤੱਕ ਨਾ ਐਲਾਨਣਾ, ਇਹਦੇ ਪਿੱਛੇ ਕੋਈ ਵੱਡੀ ਮਜਬੂਰੀ ਹੈ ਜਾਂ ਇਹਦੇ ਪਿੱਛੇ ਕੋਈ ਵੱਡੀ ਰਣਨੀਤੀ ਹੈ, ਇਹ ਤਾਂ ਆਉਣ ਵਾਲਾ ਵਕਤ ਬਿਆਨ ਕਰੂਗਾ। ਪਰ ਭਗਵੰਤ ਮਾਨ ਦੀ ਚੁੱਪ, ਬਹੁਤ ਘੱਟ ਬੋਲਣਾ, ਕਦੇ ਕਦੇ ਕਿਸੇ ਨਾ ਕਿਸੇ, ਕਦੇ BSF ਦੇ ਮੁੱਦੇ ਦੇ ਉੱਤੇ, ਕਦੇ ਕਿਸੇ ਹੋਰ ਮੁੱਦੇ ਦੇ ਉੱਤੇ ਚੁੱਪ ਤੋੜਨਾ, ਇਹ ਬਹੁਤ ਸਾਰੇ ਸਵਾਲ ਖੜੇ ਕਰਨ ਵਾਲੀ ਗੱਲ ਹੈ। ਕਿਉਂਕਿ ਭਗਵੰਤ ਮਾਨ ਹੋਰਾਂ ਦੀ ਜਿਵੇਂ ਪਛਾਣ ਹੈ ਵੀ ਉਹ ਤਾਂ ਇੱਕ ਵਿਸ਼ੇ ਦੇ ਉੱਤੇ ਬੋਲਦੇ ਬੋਲਦੇ ਕਈ ਹੋਰ ਵੱਡੇ ਵਿਸ਼ਿਆਂ ਨੂੰ ਵੀ, ਪੰਜਾਬ ਦੇ ਮੁੱਦਿਆਂ ਨੂੰ ਹੱਥ ਪਾਉਂਦੇ ਆ। ਪਰ ਉਹਨਾਂ ਨੂੰ ਜਿਸ ਤਰੀਕੇ ਨਾਲ ਦਰਕਿਨਾਰ ਕੀਤਾ ਗਿਆ, ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਹੈ, ਉਸ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਦਾ ਕੀ ਭਵਿੱਖ ਦੇ ਵਿੱਚ ਹਸ਼ਰ ਹੋਊਗਾ, ਇਹਦੇ ਬਾਬਤ ਜਿੱਥੇ ਚਾਰ ਬੰਦੇ ਬੈਠਦੇ ਚੁੰਝ ਚਰਚਾ ਜ਼ਰੂਰ ਛਿੜਦੀ ਹੈ। ਪੰਜਾਬ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ, ਯਾਨੀ ਕਿ 3-4 ਮਹੀਨਿਆਂ ਬਾਅਦ ਕਿਹੜੀ ਪਾਰਟੀ ਦੀ ਸਰਕਾਰ ਬਣੂ, ਇਹਦੇ ਬਾਰੇ ਲੋਕਾਂ ਦੇ ਅੰਦਰ ਦਿਲਚਸਪੀ ਬਹੁਤ ਆ ਜਾਣਨ ਬਾਰੇ। ਪਰ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਹਾਂ ਵੀ ਜਿਹਦੀ ਵੀ ਸਰਕਾਰ ਬਣਾਉਣੀ ਚਾਹੁੰਦੇ ਆ, ਇਹ ਲੋਕਾਂ ਦੇ ਹੱਥ ਦੇ ਵਿੱਚ ਚਾਬੀ ਹੈ। ਲੋਕ ਆਪਣੇ ਵੋਟ ਅਧਿਕਾਰ ਦੀ ਵਰਤੋਂ ਸੁਚੱਜੇ ਤਰੀਕੇ ਨਾਲ ਕਰਨ। ਲੋਕ ਵਿਕਣ ਨਾ, ਲੋਕ ਝੁਕਣ ਨਾ, ਲੋਕ ਰੁਕਣ ਨਾ, ਲੋਕ ਦਬਣ ਨਾ, ਇਸ ਗੱਲ ਦੀ ਅਸੀਂ ਹਮੇਸ਼ਾ ਕਾਮਨਾ ਕਰਦੇ ਹਾਂ। ਇਹ ਸਾਰਾ ਕੁਝ ਤਾਂ ਹੋਊਗਾ ਜੇਕਰ ਅਸੀਂ ਆਉਂਦੀਆਂ ਨਸਲਾਂ ਬਾਰੇ ਸੋਚਾਂਗੇ। ਪਰ ਅਸੀਂ ਕਿੰਨਾ ਕੁ ਸੋਚਦੇ ਹਾਂ ਤੇ ਕਿਵੇਂ ਜਿਹੇ ਸੋਚਦੇ ਹਾਂ, ਇਹਦੇ ਬਾਰੇ ਹਰ ਬੰਦਾ ਆਪੋ ਆਪਣੇ ਤਰੀਕੇ ਨਾਲ ਜੇਕਰ ਸਮਝੇ, ਜਾਣੇ, ਵਿਚਾਰੇ ਤਾਂ ਜ਼ਿਆਦਾ ਵਧੀਆ ਗੱਲ ਹੈ। ਪਰ ਇਹ ਗੱਲ ਸੱਚੀ ਹੈ ਕਿ ਇਸ ਵੇਲੇ ਇੱਕ ਦੂਜੇ ਦੀ ਟੰਗ ਖਿੱਚਣ ਦਾ ਮਹਿਕਮਾ ਬਹੁਤ ਤੇਜ਼ੀ ਨਾਲ ਅੱਗੇ ਤੋਂ ਅੱਗੇ ਆਪਣਾ ਫੈਲਾਅ ਕਰ ਰਿਹਾ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੂਗੀ ਹੀ ਬਣੂਗੀ, ਇਹ ਇਸ ਵੇਲੇ ਰਾਹੁਲ ਗਾਂਧੀ ਤੋਂ ਲੈ ਕੇ ਤੇ ਪੰਜਾਬ ਦੇ ਅੱਧੇ ਕੁ ਵਿਧਾਇਕਾਂ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ। ਉਹਨਾਂ ਦਾ ਇਹ ਕਹਿਣਾ ਜੀ ਕਿ ਅਕਾਲੀ ਦਲ ਦੇ ਪਿਛਲੇ ਟਰਮ ਨੂੰ, ਉਹਨਾਂ ਦੇ ਪਿਛਲੇ ਸਮੇਂ ਨੂੰ ਲੋਕ ਹਾਲੇ ਤੱਕ ਭੁੱਲੇ ਨਹੀਂ ਤੇ ਸਾਨੂੰ ਹੀ ਮੌਕਾ ਮਿਲੂਗਾ, ਕਿਉਂਕਿ ਚੰਨੀ ਸਾਹਿਬ ਨੇ ਸਾਦਗੀ ਦੇ ਨਾਲ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ। ਪਰ ਇਹ ਵੀ ਗੱਲ ਸੱਚੀ ਹੈ ਕਿ ਸਾਦਗੀ ਨੂੰ ਇੱਕ ਵਾਰ ਅਖਬਾਰਾਂ ਦੇ ਵਿੱਚ, ਚੈਨਲਾਂ ਦੇ ਉੱਤੇ ਜਗ੍ਹਾ ਜ਼ਰੂਰ ਮਿਲੀ ਹੈ, ਪਰ ਲੋਕ ਇਹ ਚਾਹੁੰਦੇ ਜੀ ਕਿ ਜੋ ਤੁਹਾਡੀ ਹੀ ਪਾਰਟੀ ਨੇ ਵਾਅਦੇ ਕੀਤੇ ਸੀ, ਜਿਹਦੇ ਵਿੱਚ ਚੰਨੀ ਸਾਹਿਬ ਉਦੋਂ ਕੈਬਨਿਟ ਮੰਤਰੀ ਸੀ, ਮੁੱਖ ਮੰਤਰੀ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਸੀ, ਉਹ ਵਾਅਦੇ ਉਦੋਂ ਵੀ ਨਹੀਂ ਪੂਰੇ ਹੋਏ ਤੇ ਹੁਣ ਵੀ ਨਹੀਂ ਜੇਕਰ ਪੂਰੇ ਹੋ ਰਹੇ, ਤਾਂ ਫਿਰ ਅਸੀਂ ਉਹਨਾਂ ਨੂੰ ਬਦਲ ਕੇ ਤੁਹਾਨੂੰ ਲਿਆਂਦਾ ਜਾਂ ਪਾਰਟੀ ਹਾਈਕਮਾਨ ਨੇ ਪੱਤਾ ਖੇਡਿਆ। ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਭਲਾ ਕੀ ਹੈ? ਅਕਾਲੀ ਦਲ ਤੇ ਬਸਪਾ ਦੀ ਇਹ ਕੋਸ਼ਿਸ਼ ਹੈ ਕਿ ਅਸੀਂ ਜੋ 32% ਦੀ ਵੋਟ ਆ ਦਲਿਤ ਭਾਈਚਾਰੇ ਦੀ, ਉਹਦੇ ਵਿੱਚ ਸੰਨ ਲਾ ਕੇ ਉਹਨੂੰ ਆਪਣੇ ਨਾਲ ਪੱਕੇ ਤੌਰ 'ਤੇ ਅਸਲ 'ਚ ਜੋੜ ਕੇ ਬਾਕੀਆਂ ਨੂੰ ਸੰਨ ਲਾਉਣ ਤੋਂ ਰੋਕ ਲਈਏ। ਉਹਨਾਂ ਨੂੰ ਇਸ ਗੱਲ ਦੀ ਆਸ ਹੈ ਕਿ ਜੋ ਅਸੀਂ ਹੁਣ ਤੱਕ 75-76 ਆਪਣੇ ਉਮੀਦਵਾਰ ਐਲਾਨ ਦਿੱਤੇ ਆ, ਇਹ ਪਹਿਲ ਕਦਮੀ ਕਰਨ ਦੇ ਨਾਲ ਸਾਰਾ ਕੁਝ ਸਾਡੇ ਹੱਥ ਦੇ ਵਿੱਚ ਹੈ। ਪਰ ਅਗਲੀ ਗੱਲ ਇਹ ਜੀ ਕਿ ਆਮ ਆਦਮੀ ਪਾਰਟੀ ਇਸ ਵੇਲੇ ਠੰਡੇ ਮੱਠੇ ਅੰਦਾਜ਼ ਦੇ ਨਾਲ ਚੱਲ ਰਹੀ ਹੈ ਤੇ ਆਮ ਆਦਮੀ ਪਾਰਟੀ ਨੂੰ ਸ਼ਾਇਦ ਇਸ ਗੱਲ ਦਾ ਓਵਰ ਕੌਨਫੀਡੈਂਸ ਹੈ ਕਿ ਅਕਾਲੀਆਂ ਤੋਂ ਵੀ ਲੋਕ ਅੱਕੇ ਹੋਏ ਆ, ਕਾਂਗਰਸੀਆਂ ਤੋਂ ਵੀ ਲੋਕ ਅੱਕੇ ਹੋਏ ਆ, ਆਪ ਮੁਹਾਰੇ ਹੀ ਵੋਟਾਂ ਸਾਨੂੰ ਪਾ ਜਾਣਗੇ, ਸਾਡੇ ਝਾੜੂ ਵਾਲੇ ਬਟਨ ਨੂੰ ਨੱਪ ਕੇ ਜਾਣਗੇ ਲੋਕ। ਪਰ ਇੱਦਾਂ ਆਮ ਤੌਰ 'ਤੇ ਹੁੰਦਾ ਨਹੀਂ। ਫੇਸਬੁੱਕ 'ਤੇ ਸਰਕਾਰ ਬਣਨੀ ਤੇ ਜ਼ਮੀਨੀ ਪੱਧਰ 'ਤੇ ਸਰਕਾਰ ਬਣਨੀ ਵੱਖਰੀ ਗੱਲ ਆ।
ਫੇਸਬੁੱਕ ਦੇ ਉੱਤੇ 2017 ਦੇ ਵਿੱਚ ਆਪਾਂ ਜਾਣਦੇ ਹਾਂ ਕਿ ਕੋਈ 90 ਸੀਟਾਂ ਦਿੰਦਾ ਸੀ, ਕੋਈ 117 ਹੀ ਦੇਈ ਜਾਂਦਾ ਸੀ, ਕੋਈ 100 ਤੇ ਕੋਈ 107। ਇਹ ਵੱਡੇ ਵੱਡੇ ਟੀਵੀ ਚੈਨਲ ਵੀ ਦਿੰਦੇ ਸੀ, ਪਰ ਉਹ ਫੇਸਬੁੱਕ ਤੇ ਸੀ। ਜਦੋਂ ਜ਼ਮੀਨੀ ਪੱਧਰ ਦੇ ਉੱਤੇ ਨਤੀਜੇ ਆਏ ਤਾਂ ਉਹ 20 ਸੀਟਾਂ ਸੀ। ਇਵੇਂ 2019 ਦੀ ਗੱਲ ਕਰ ਲਈਏ ਜੇਕਰ, ਤਾਂ ਬੀਬੀ ਪਰਮਜੀਤ ਕੌਰ ਖਰੜਾ ਭਾਰੀ ਬਹੁਮਤ ਦੇ ਨਾਲ ਜਿੱਤਦੇ ਸੀ। ਡਾਕਟਰ ਧਰਮਵੀਰ ਗਾਂਧੀ ਇਵੇਂ ਜਿੱਤਦੇ ਸੀ, ਪਰ ਹੋਇਆ ਕੀ? ਸੁਖਪਾਲ ਸਿੰਘ ਖਹਿਰਾ ਬਹੁਤ ਤੇਜ਼ ਤਰਾਰ ਬੁਲਾਰੇ ਹੋਣ ਕਰਕੇ, ਲੋਕਾਂ ਦੇ ਵਿੱਚ ਚੰਗਾ ਪ੍ਰਭਾਵ ਹੋਣ ਕਰਕੇ ਜਾਪਦਾ ਸੀ ਕਿ ਉਹ ਬਿਲਕੁਲ ਰੁੱਖ ਪਲਟ ਦੇਣਗੇ, ਪਰ ਬਠਿੰਡੇ ਦੇ ਵਿੱਚ ਉਹਨਾਂ ਦੇ ਨਾਲ ਵੀ ਬਹੁਤਾ ਚੰਗਾ ਸਲੂਕ ਨਹੀਂ ਹੋਇਆ। ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰਦੇ ਹਾਂ ਬਾਕੀ ਛੋਟੀਆਂ ਵੱਡੀਆਂ ਪਾਰਟੀਆਂ ਦੀ, ਉਹਦੇ ਬਾਰੇ ਵੀ ਸਭ ਨੂੰ ਸਾਰਾ ਕੁਝ ਪਤਾ ਹੀ ਹੈ। ਆਮ ਆਦਮੀ ਪਾਰਟੀ ਤੋਂ ਉਮੀਦਾਂ ਸੀ, ਇਹ ਤਿੜਕੀਆਂ ਪਿਛਲੇ ਸਮੇਂ ਦੇ ਵਿੱਚ ਆਪਾਂ ਜਾਣਦੇ ਹਾਂ। ਬੀਜੇਪੀ ਦਾ ਪੰਜਾਬ ਦੇ ਵਿੱਚ ਇਕੱਲੀ ਦਾ ਵਜੂਦ ਕੋਈ ਨਹੀਂ, ਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਤੇ ਬੀਜੇਪੀ ਦੋਵਾਂ ਨੂੰ ਕਿਵੇਂ ਬਚਾਉਣਗੇ, ਇਹ ਆਉਣ ਵਾਲਾ ਵਕਤ ਦੱਸੂਗਾ। ਸੋ ਛੋਟੀਆਂ ਵੱਡੀਆਂ ਪਾਰਟੀਆਂ ਕੋਈ ਕਿਸੇ ਪਾਸੇ ਜਾਊਗੀ, ਪਰ ਇਸ ਵੇਲੇ ਰਾਜਨੀਤਿਕ ਭੰਬਲ ਭੂਸਾ, ਜਿਹੜੇ ਵੀ ਲੋਕ ਇਹ ਗੱਲ ਕਹਿੰਦੇ ਆ ਕਿ ਭਾਈ ਸਾਡੇ ਪਾਰਟੀ ਬਹੁਤ ਚੰਗੀ ਆ, ਸਰਕਾਰ ਬਣ ਜਾਣੀ ਆ, ਉਹ ਇਹ ਗੱਲ ਜ਼ਰੂਰ ਸੋਚ ਕਰਨ ਕਿ ਜਿਹੜੀ ਵੀ ਪਾਰਟੀ ਨੂੰ ਤੁਸੀਂ ਪਸੰਦ ਕਰਦੇ ਆ, ਇਹ ਤੁਹਾਡੀ ਨਿੱਜੀ ਪਸੰਦ ਆ ਜਾਂ ਇਹ ਪੰਜਾਬ ਦੀ ਪਸੰਦ ਆ। ਤੁਹਾਨੂੰ ਉਸ ਪਾਰਟੀ ਨੇ ਕੁਝ ਨਿੱਜੀ ਤੌਰ ਤੇ ਦਿੱਤਾ ਹੋ ਸਕਦਾ, ਪਰ ਪੰਜਾਬ ਨੂੰ ਕੀ ਦਿੱਤਾ, ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ। ਸੋ ਐਤਕੀ ਚੰਗਿਆਂ ਨੂੰ ਚੁਣਿਆ ਜਾਵੇ, ਮਾੜਿਆਂ ਨੂੰ ਨਕਾਰਿਆ ਜਾਵੇ, ਦੁਰਕਾਰਿਆ ਜਾਵੇ। ਇਹ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਹੁਣ ਅਸੀਂ ਇਸ ਵੇਲੇ ਤੱਕ ਇਨਕਲਾਬ ਦੀ ਗੱਲ ਕਰਦੇ ਹਾਂ, ਪਰ 2 ਦਿਨ ਪਹਿਲਾਂ, ਹਫ਼ਤਾ ਪਹਿਲਾਂ, 10 ਦਿਨ ਪਹਿਲਾਂ ਵੋਟਾਂ ਤੋਂ ਕਿਤੇ ਦਾਰੂ ਦੇ ਵਹਿਣ ਦੇ ਵਿੱਚ ਇਹ ਇਨਕਲਾਬ ਨਾ ਰੁੜ ਜੇ, ਕਿਤੇ ਰੰਗ ਬਰੰਗੇ ਨੋਟਾਂ ਦੇ ਚੱਕਰ ਦੇ ਵਿੱਚ ਇਸ ਇਨਕਲਾਬ ਦੀ ਆਸ ਤਿੜਕ ਨਾ ਜਾਵੇ। ਇਸ ਗੱਲ ਦੇ ਬਾਰੇ ਵੀ ਫਿਕਰ ਕਰਨਾ ਬਣਦਾ ਹੈ। ਸੋ ਐਤਕੀ ਪੰਜਾਬ ਦੇ ਵਿੱਚ ਕੁਝ ਚੰਗਾ ਹੋਵੇ, ਪੰਜਾਬ ਦੇ ਲੋਕਾਂ ਦੇ ਲਈ ਕੋਈ ਨਵੀਂ ਸਵੇਰ ਨਿਕਲੇ, ਪੰਜਾਬ ਦੇ ਲੋਕ ਇਹ ਗੱਲ ਕਹਿਣ ਕਿ ਜੋ ਕੁਝ ਹੁਣ ਤੱਕ ਸਾਨੂੰ ਨਹੀਂ ਮਿਲਿਆ ਉਹ ਐਤਕੀ ਜ਼ਰੂਰ ਮਿਲ ਰਿਹਾ। ਇਸ ਗੱਲ ਦੀ ਅਸੀਂ ਕਾਮਨਾ ਕਰਦੇ ਹਾਂ। ਤੇ ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਕਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।